श्री वाहिगुरु साहिब जीओ। एक ओंकार सत्यनाम करता पुरख निर्भौ निर्वैर अकाल मूरत अजूनी सैभं गुर प्रसाद जप। आदि सच जुगादि सच है भी सच नानक होसी भी सच। चक्र चिन्ह अर बरन जात अर पात नहन जेह रूप रंग अर रेख पेख को कह ना सकत केह। अचल मूरत अनपौ प्रकाश अमितो जगहिजै कोट इंद्र इंद्राण साहे साहान गणिजै त्रिभुवन महीप सुर नर असुर नेत नेत बन तृण कहत तो सर्वनाम कथै कवन करम नाम वर्णत सुमत। बाणी गुरु गुरु है बाणी विच बाणी अमृत सारे गुरबाणी कहे सेवक जन मन परतख गुरु निस्तारे। कहा बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप लिहो तुम कथा सुधारी। आप लिहो तुम कथा सुधारी। सतनाम श्री वाहिगुरु साहिब जीओ। श्री राग महला पहला
ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਭਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਜਾਲ ਮੋਹ ਘਸ ਮਸ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਖਾਲਸਾ ਸਾਧ ਸੰਗਤ, ਬਹੁਤ ਹੀ ਵਡਭਾਗੇ ਹੋ ਜੋ ਕਿ ਅੰਮ੍ਰਿਤ ਵੇਲੇ ਦੇ ਸਜੇ ਪਾਵਨ ਗੁਰ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਪਾਵਨ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਸੰਕਲਪਾਂ ਵਿਕਲਪਾਂ ਦੇ ਤਾਈਂ ਪ੍ਰਸ਼ਨ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰੂ ਸਾਹਿਬਾਂ ਵੱਲੋਂ ਬਖਸ਼ਿਸ਼ ਕੀਤਾ ਗਿਆ ਪਾਵਨ ਉਪਦੇਸ਼ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੀ ਰਾਗ ਅੰਦਰੇ ਪਾਵਨ ਸ਼ਬਦ ਉਚਾਰਨ ਕਰ ਰਹੇ ਹੈ। ਸੋ ਇਹ ਜਿਹੜਾ ਸ਼ਬਦ ਮਹੱਲ ਆਇਆ, ਇਹ ਸ੍ਰੀ ਰਾਗ ਦੇ ਵਿੱਚ 3 ਵਾਰੀ ਸਤਿਗੁਰੂ ਸਾਹਿਬਾਂ ਵੱਲੋਂ ਇਹ ਮਹੱਲ ਸ਼ਬਦ ਜਿਹੜਾ ਹੈ ਉਹ ਵਰਤਿਆ ਗਿਆ ਹੈ। ਪਹਿਲਾ ਸ਼ਬਦ ਇਹੀ ਹੈ, ਜਾਲ ਮੋਹ ਘਸ ਮਸ ਵਾਲਾ। ਦੂਤੀਏ ਸ਼ਬਦ ਵਿੱਚ ਮਹੱਲ ਆਉਂਦਾ ਹੈ, ਧਾਤ ਮਿਲੈ ਫੁਨ ਧਾਤ ਕਉ। ਤੇ ਤੀਜਾ ਮਹੱਲ ਸ਼ਬਦ ਆਉਂਦਾ ਹੈ, ਤਨ ਜਲ ਬਲ ਮਾਟੀ ਪਾਇਆ। ਸੋ ਇਹ 3 ਦਫਾ ਸ੍ਰੀ ਰਾਗ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ, ਜਿਸ ਦੀ ਉਥਾਨਕ ਇਸ ਪ੍ਰਕਾਰ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸਤਿਗੁਰੂ ਜੀ ਜਦੋਂ ਬਾਬਾ ਮਹਿਤਾ ਕਾਲੂ ਜੀ ਨੇ ਪੜ੍ਹਨ ਦੇ ਲਾਇਕ ਯੋਗ ਸਮਝਿਆ ਤਾਂ ਗੋਪਾਲ ਪਾਂਧੇ ਦੇ ਕੋਲ ਪਾਠਸ਼ਾਲਾ ਦੇ ਵਿੱਚ ਲੈ ਕੇ ਗਏ ਹੈ। ਗੋਪਾਲ ਪਾਂਧੇ ਦੇ ਤਾਈਂ ਜਾ ਕੇ ਕਿਹਾ ਹੈ ਕਿ ਇਹ ਮੇਰੇ ਪੁੱਤਰ ਨੂੰ ਪੜ੍ਹਾਈ ਦੇ ਵਿੱਚ ਲੇਖੇ ਜੋਖੇ ਦੇ ਵਿੱਚ ਤੂੰ ਪਾਰੰਗਤ ਕਰ ਦੇਣਾ ਕਰ। ਸੋ ਪਹਿਲੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਤਾਈਂ ਗੋਪਾਲ ਪਾਂਧੇ ਨੇ ਪੜ੍ਹਾਇਆ ਤੇ ਸਤਿਗੁਰਾਂ ਪੜ੍ਹਿਆ ਵੀ ਹੈ। ਅਤੇ ਜਦ ਅਗਲੇ ਦਿਨ ਪਾਠਸ਼ਾਲਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਏ ਹੈ
ਪਿਤਾ ਬਾਬਾ ਮਹਿਤਾ ਕਾਲੂ ਜੀ ਛੱਡ ਕੇ ਗਏ ਹੈ ਤੇ ਸਤਿਗੁਰੂ ਜੀ ਸਜੇ ਹੈ ਗੋਪਾਲ ਪਾਂਧਾ ਪੜਨ ਵਾਸਤੇ ਕਹਿ ਰਿਹਾ ਤੇ ਸਤਿਗੁਰੂ ਜੀ ਅੱਗੋਂ ਪੁੱਛ ਰਹੇ ਹੈ ਕਿ ਇਹ ਜਿਹੜੀ ਪੜ੍ਹਾਈ ਤੁਸੀਂ ਪੜ੍ਹਾ ਰਹੇ ਹੋ ਇਹਦੇ ਪੜ੍ਹਨ ਦੇ ਨਾਲ ਕੀ ਲਾਭ ਹੈ। ਅਸਚਰਜ ਹੋਇਆ ਸੁਣ ਕੇ ਗੋਪਾਲ ਪਾਂਧਾ ਕਿ ਐਸਾ ਸਵਾਲ ਇੱਕ ਬਾਲਕ ਕਰ ਰਿਹਾ ਤੇ ਦੱਸਦਿਆਂ ਹੋਇਆ ਉੱਤਰ ਦਿੰਦਿਆਂ ਕਹਿਣ ਲੱਗਾ ਇਹ ਬਾਲਕ ਲੇਖੇ ਜੋਖੇ ਦਾ ਸਾਰਾ ਹਿਸਾਬ ਕਿਤਾਬ ਤੈਨੂੰ ਆ ਜਾਵੇਗਾ। ਜਿਤਨਾ ਵੀ ਤੇਰਾ ਪਿਤਾ ਪਟਵਾਰੀ ਦਾ ਕੰਮ ਕਰਦਾ ਹੈ ਤੇ ਲੇਖੇ ਜੋਖੇ ਦਾ ਜਿਤਨਾ ਵੀ ਹਿਸਾਬ ਕਿਤਾਬ ਉਹ ਪੜ੍ਹਨ ਦੇ ਨਾਲ ਆਉਂਦਾ ਹੈ। ਇਸ ਵਾਸਤੇ ਇਹ ਪੜ੍ਹਾਈ ਦਾ ਲਾਭ ਹੈ ਕਿ ਹਿਸਾਬ ਕਿਤਾਬ ਕਰਨਾ ਸਾਰਾ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਹੈ। ਤਾਂ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿਣ ਲੱਗੇ ਕਿ ਇਹ ਗੋਪਾਲ ਪਾਂਧਾ ਜੀ ਜਿਹੜਾ ਅਸਲੀ ਲੇਖਾ ਹੈ ਉਹਦੇ ਬਾਬਤ ਵੀ ਤੁਸੀਂ ਜਾਣਦੇ ਹੋ। ਇਹ ਸੰਸਾਰ ਦੇ ਮਿਥਿਆ ਲੇਖੇ ਜੋਖੇ ਦੀਆਂ ਗੱਲਾਂ ਤੇ ਤੁਸੀਂ ਕਰ ਰਹੇ ਹੋ। ਜਿਹੜਾ ਵਾਸਤਵਿਕ ਲੇਖਾ ਅੱਗੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾ ਕੇ ਲਿਆ ਜਾਂਦਾ ਹੈ ਉਸ ਲੇਖੇ ਜੋਖੇ ਦੇ ਬਾਬਤ ਵੀ ਤੁਸੀਂ ਜਾਣਦੇ ਹੋ। ਅਸਲੀ ਲੇਖਾ ਕਿਹੜਾ ਹੈ ਤੇ ਵਾਸਤਵਿਕ ਕਿਹੜਾ ਹਿਸਾਬ ਕਿਤਾਬ ਕਰਨਾ ਆਉਣਾ ਚਾਹੀਦਾ ਤੁਹਾਨੂੰ ਪਤਾ ਹੈ। ਗੋਪਾਲ ਪਾਂਧਾ ਸਤਿਗੁਰਾਂ ਦੇ ਬਚਨ ਸੁਣ ਕੇ ਅਸਚਰਜ ਹੋਇਆ। ਇਤਨਾ ਸ਼ਿਸ਼ੂ ਰੂਪ ਵਿੱਚ ਬਾਲਕ ਕੇਵਲ 5-6 ਸਾਲ ਦੀ ਆਯੂ ਤਨ ਦੀ ਸਤਿਗੁਰਾਂ ਦੀ, ਕਿਉਂਕਿ ਜੋਤ ਤੇ ਅਨਾਦਿ ਹੈ ਨਾ, ਆਪ ਪਰ ਬ੍ਰਹਮ ਸਰੂਪ ਹੈ। ਤੇ ਪਾਂਧੇ ਨੂੰ ਤੇ ਬਾਹਰੀ ਜਿਹੜਾ ਸਰੀਰ ਹੈ ਇਹੋ ਦਿਸ ਰਿਹਾ ਹੈ ਨਾ, ਜਿਸ ਸਰੀਰ ਦੀ ਆਯੂ ਹਾਲੇ 6 ਸਾਲ ਦੀ ਹੈ। ਹੈਰਾਨ ਹੋਇਆ ਤੇ ਹੱਥ ਜੋੜ ਕੇ ਅੱਗੋਂ ਖਲੋਤਾ ਤੇ ਪੁੱਛਦਾ ਫਿਰ ਤੁਸੀਂ ਦੱਸ ਦਿਓ ਕਿਰਪਾ ਕਰਕੇ ਕਿ ਕਿਹੜਾ ਲੇਖਾ ਕਰਨਾ ਆਉਣਾ ਚਾਹੀਦਾ ਤੇ ਉਹ ਲੇਖਾ ਕਿਵੇਂ ਲਿਖਿਆ ਜਾ ਸਕਦਾ ਹੈ ਜਾਂ ਉਹ ਲੇਖਾ ਕਿਵੇਂ ਪੜ੍ਹਿਆ ਜਾ ਸਕਦਾ ਹੈ। ਤਾਂ ਸੁਣ ਕੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਨ ਕਰਦੇ ਹੋਏ ਫਰਮਾ ਰਹੇ ਹਨ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। हे ਪਾਂਧਾ ਜੀ ਤੁਸੀਂ ਕਹਿ ਰਹੇ ਹੋ ਜਿਹੜਾ ਦਵਾਤ ਕਲਮ ਲੈ ਕੇ ਕਾਗਜ਼ ਤੇ ਲੇਖਾ ਲਿਖ ਤਾਂ ਕਿ ਪਟਵਾਰੀ ਦਾ ਕੰਮ ਕਰਨਾ ਤੈਨੂੰ ਆਵੇ। ਇਹਦੇ ਮਿਥਿਆ ਲੇਖੇ ਹੈ, ਝੂਠੇ ਲੇਖੇ ਹੈ। ਵਾਸਤਵਿਕ ਜਿਹੜਾ ਲੇਖਾ ਉਹਦੇ ਬਾਬਤ ਸੁਣੋ ਕਿ ਜਾਲ ਮੋਹ ਜਿਹੜਾ ਸੰਬੰਧੀਆਂ ਦਾ ਮੋਹ ਲੱਗ ਰਿਹਾ ਹੈ ਨਾ, ਸੰਬੰਧੀਆਂ ਦੀ ਮਮਤਾ ਬਣ ਰਹੀ ਹੈ। ਇਹ ਮੇਰਾ ਪਿਤਾ ਹੈ, ਇਹ ਮੇਰੀ ਮਾਤਾ ਹੈ, ਇਹ ਮੇਰੀ ਭੈਣ, ਇਹ ਮੇਰਾ ਭਰਾ, ਇਹ ਮੇਰੀ ਸੁਪਤਨੀ, ਇਹ ਮੇਰੇ ਬੱਚੇ ਧੀਆਂ ਪੁੱਤਰ। ਐਸੀ ਜਿਹੜੀ ਮੋਹ ਦੀ ਡੋਰ ਸੰਬੰਧੀਆਂ ਦੇ ਨਾਲ ਜੁੜੀ ਹੋਈ ਹੈ। ਇਹ ਮੋਹ ਹੀ ਦੁੱਖਾਂ ਦਾ ਕਾਰਨ ਹੈ ਤੇ ਇਹ ਮੋਹ ਹੀ ਹੈ ਜਿਹਦੇ ਵਿੱਚ ਬੱਝਾ ਜੀਵ ਜਮਾਂ ਦੀਆਂ ਮਾਰਾਂ ਖਾਂਦਾ। ਮੋਹ ਕਾ ਬੱਧਾ ਜਮਪੁਰ ਜਾਏ
मोह का बद्दा चोटां खाए। ਜਾਂ ਇਉਂ ਕਹਿ ਲਈਏ ਜੋ ਅਗਿਆਨ ਜਨਿਆ ਮੋਹ ਹੈ, ਇਹ ਮੋਹ ਹੀ ਸਮਸਤ ਦੁੱਖਾਂ ਦਾ ਕਾਰਨ ਹੈ। ਸਮਸਤ ਭਾਵ ਜਿਤਨੇ ਵੀ ਦੁੱਖਾਂ ਵਿੱਚ ਇਹ ਜੀਵ ਵਿਹੜਿਆ ਹੋਇਆ ਹੈ, ਇਹ ਸਮਸਤ ਦੁੱਖਾਂ ਦਾ ਕਾਰਨ ਕੇਵਲ ਮੋਹ ਹੈ। ਮੋਹ ਕਾਰਨ ਹੀ ਪ੍ਰਤੀਕ ਜੀਵ ਦੁਖੀ। ਉਹ ਗੱਲ ਭਿੰਨ ਹੈ ਕਿ ਕਿਸੇ ਕੋਲ ਧਨ ਨਹੀਂ ਹੈ ਉਹ ਦੁਖੀ ਹੈ, ਕਿਸੇ ਕੋਲ ਅਧਿਕ ਧਨ ਹੈ ਉਹ ਦੁਖੀ ਹੈ, ਜਾਂ ਕਿਸੇ ਕੋਲ ਧੀਆਂ ਪੁੱਤਰ ਨਹੀਂ ਉਹ ਦੁਖੀ ਹੈ, ਜਾਂ ਘਰ ਬਾਰ ਨਹੀਂ ਉਹ ਦੁਖੀ ਹੈ। ਗਹਿਰਾਈ ਦੀ ਵਿਚਾਰ ਨਾਲ ਤੱਕੀਏ ਤਾਂ ਮਗਰ ਕੇਵਲ ਮੋਹ ਦਾ ਹੀ ਕਾਰਨ ਲੱਭਦਾ ਕਿ ਮੋਹ ਜੁੜਿਆ ਹੋਇਆ ਮਾਇਆ ਦੇ ਨਾਲ, ਮੋਹ ਜੁੜਿਆ ਹੋਇਆ ਘਰ ਦੇ ਨਾਲ, ਸੰਬੰਧੀਆਂ ਦੇ ਨਾਲ, ਜਿਸ ਦੇ ਚਲੇ ਜਾਣ ਤੋਂ ਦੁਖੀ ਹੋ ਜਾਂਦਾ ਹੈ। ਤੇ ਜੇ ਪ੍ਰਾਪਤ ਹੋ ਵੀ ਗਈ ਪ੍ਰਿਯ ਵਸਤੂ ਤਾਂ ਉਹ ਵਰਤਮਾਨ ਸਮੇਂ ਵਿੱਚ ਵੀ ਸੁੱਖ ਨਹੀਂ ਮਾਣ ਪਾਉਂਦਾ, ਕਾਰਨ ਮੋਹ ਹੈ। ਇਸ ਵਾਸਤੇ ਵਿਛੜਨ ਦਾ ਭੈ ਹੀ ਦੁਖੀ ਕਰੀ ਜਾਂਦਾ ਹੈ। ਇਸ ਪ੍ਰਕਾਰ ਇਹ ਜਿਹੜਾ ਮੋਹ ਦੁੱਖਾਂ ਦਾ ਕਾਰਨ ਮੰਨਿਆ ਹੋਇਆ ਤੇ ਮੋਹ ਕਾਰਨ ਹੀ ਸਾਰਾ ਸੰਸਾਰ ਦੁਖੀ ਹੈ। ਇਸ ਵਾਸਤੇ ਹੀ ਪਾਂਧਾ ਜੀ ਜਾਲ ਮੋਹ, ਇਹ ਜਿਹੜਾ ਮੋਹ ਹੈ ਨਾ ਇਹਨੂੰ ਜਾਲ ਦਿਓ, ਸਾੜ ਦਿਓ। ਜਿਹੜਾ ਮੋਹ ਹੈ ਇਸ ਨੂੰ ਸਾੜ ਕੇ ਘਸ ਮਸ ਕਰ। ਜਿਹੜਾ ਅਭਿਆਸ ਕਰਨਾ ਹੈ ਨਾ ਪੁਨः ਪੁਨः ਗੁਰੂ ਸ਼ਬਦ ਦਾ, ਇਹੀ ਮੋਹ ਨੂੰ ਸਾੜ ਕੇ ਤੇ ਇਸ ਨੂੰ ਘਸਾ ਕੇ ਮਸ ਸਿਆਹੀ ਦਾ ਬਣਾਉਣਾ। ਮੋਹ ਨੂੰ ਗੁਰੂ ਸ਼ਬਦ ਦਾ ਅਭਿਆਸ ਦੇ ਨਾਲ ਸਾੜਨਾ ਤੇ ਸਾੜ ਕੇ ਘਸਾਉਣਾ, ਰਗੜਨਾ ਤੇ ਇਹਦੀ ਮਸ ਬਣਾਉਣੀ ਹੈ, ਸ਼ਾਹੀ ਬਣਾਉਣੀ ਹੈ। ਮਤ ਕਾਗਦ ਕਰ ਸਾਰ, ਤੇ ਜਿਹੜੀ ਆਤਮ ਵਿਸ਼ੈਣੀ ਮਤ ਹੈ, ਆਤਮ ਵਿਸ਼ੈਣੀ ਬੁੱਧੀ ਹੈ, ਪਰਮੇਸ਼ਰ ਦੀ ਪ੍ਰਾਪਤੀ ਵਾਲੀ, ਇਹਨੂੰ ਸਾਰ ਸ੍ਰੇਸ਼ਟ ਕਾਗਜ਼ ਬਣਾਉਣਾ ਕਰ। ਜੈਸੇ ਕਿ ਹੈ ਨਾ ਕਿ ਦੇਹ ਦੀਵਟੀ ਕੇ ਵਿਖੇ ਮੋਹ ਨੇਹ ਭਰਪੂਰ, ਬਾਤੀ ਵਿਸ਼ਨ ਬਾਸ਼ਨਾ ਗਿਆਨ ਅਗਨ ਤੇ ਦੂਰ। ਇਸ ਨੇ ਉਵੇਂ ਕਿਹਾ ਹੈ ਕਿ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਸੋ ਇਹ ਜਿਹੜਾ ਮੋਹ ਹੈ, ਮੋਹ ਕਾਰਨ ਦੁੱਖ ਹੈ। ਇਹ ਦੁੱਖਾਂ ਦਾ ਤੇਲ ਇਸ ਦੀਪਕ ਵਿੱਚ ਪਿਆ। ਸਰੀਰ ਰੂਪੀ ਦੀਵਟੀ ਕੀ ਹੈ? ਦੇਹ ਦੀਵਟੀ ਕੇ ਵਿਖੇ ਮੋਹ ਦਾ ਤੇਲ ਭਰਿਆ ਹੋਇਆ ਤੇ ਵਿਸ਼ੀ ਵਾਸ਼ਨਾ ਦੀ ਵੱਟੀ ਹੈ। ਗਿਆਨ ਦੀ ਅੱਗ ਲਾ ਕੇ ਇਸ ਨੂੰ ਸਾੜਨਾ, ਗੁਰੂ ਸ਼ਬਦ ਦਾ ਅਭਿਆਸ ਦੀ ਅੱਗ ਲਾ ਕੇ ਇਸ ਨੂੰ ਸਾੜਨਾ। ਪਹਿਲੇ ਸਮਿਆਂ ਵਿੱਚ ਛਾਈਆਂ ਬਣਾਉਂਦੇ ਸੀ ਨਾ ਕੁਝ ਲਿਖਣ ਵਾਸਤੇ। ਸ਼ਾਹੀ ਬਣਾਉਣ ਦਾ ਇੱਕ ਤਰੀਕਾ ਸੀ। ਦੀਵਾ ਬਾਲ ਦਿੱਤਾ ਜਾਂਦਾ ਸੀ, ਸਰੋਂ ਦਾ ਤੇਲ ਪਾ ਕੇ ਦੀਵਾ ਬਾਲ ਦੇਣਾ, ਤਾਂ ਦੀਵੇ ਦੇ ਉੱਪਰ ਮੱਟੀ ਆਦ ਦੀ ਚੱਪਣੀ ਜਿਹੜੀ ਉਹ ਲਟਕਾ ਦੇਣੀ। ਤਾਂ ਜਿਹੜੀ ਦੀਵਾ ਬਲ ਬਲ ਕੇ ਕਾਲਖ ਲੱਗਣੀ ਹੈ ਨਾ ਉੱਪਰ, ਤਾਂ ਉਹ ਕਾਲਖ ਦੀ ਫਿਰ ਸ਼ਾਹੀ ਬਣਾਉਂਦੇ ਸਨ ਰਗੜ ਕੇ। ਜਾਂ ਫਿਰ ਦੀਵਾ ਬਲ ਕੇ ਜਿਹੜੀ ਵੱਟੀ ਦਾ ਗੁੱਲ ਬਣਿਆ ਹੁੰਦਾ ਉੱਪਰ, ਉਸ ਨੂੰ ਰਗੜ ਕੇ ਤੇ ਸ਼ਾਹੀ ਬਣਾਇਆ ਕਰਦੇ ਸਨਗੇ। ਉਸੇ ਸ਼ਾਹੀ ਦੇ ਨਾਲ ਫਿਰ ਲਿਖਤੀ ਹੋਇਆ ਕਰਦੀ ਸੀ। ਪਹਿਲਿਆਂ ਸਮਿਆਂ ਵਿੱਚ ਸ਼ਾਹੀ ਬਣਾਉਣ ਦਾ ਐਸਾ ਇੱਕ ਤਰੀਕਾ ਸੀ।
ਸੋ ਕਥਨ ਕਰ ਰਹੇ ਹੈ ਕਿ ਇਹ ਜਿਹੜਾ ਮੋਹ ਹੈ ਇਹਨੂੰ ਸਾੜ ਕੇ ਗੁਰੂ ਸ਼ਬਦਾ ਅਭਿਆਸ ਨਾਲ ਸੜੇਗਾ। ਫਿਰ ਘਸਾ ਕੇ ਅਭਿਆਸ ਰੂਪੀ ਇਉਂ ਰਗੜ ਕੇ ਅਭਿਆਸ ਦੇ ਨਾਲ ਘਸਾ ਕੇ ਫਿਰ ਇਸ ਨੂੰ ਮਸ ਸ਼ਾਹੀ ਬਣਾਉਣਾ ਕਰੇ। ਤੇ ਆਤਮ ਵਿਸ਼ੈਣੀ ਬੁੱਧੀ ਜਿਹੜੀ ਹੈ ਇਹਨੂੰ ਕਾਗਦ ਕਰ ਸਾਰ, ਇਹਨੂੰ ਸ੍ਰੇਸ਼ਟ ਕਾਗਜ਼ ਬਣਾਉਣਾ ਕਰੇ। ਆਤਮ ਵਿਸ਼ੈਣੀ ਬੁੱਧੀ ਦਾ ਕਾਗਜ਼ ਬਣਾਵੇ ਲਿਖਣ ਵਾਸਤੇ। ਭਾਉ ਕਲਮ ਕਰ ਚਿਤ ਲੇਖਾਰੀ, ਗੁਰ ਪੁੱਛ ਲਿਖ ਵਿਚਾਰ। ਹੈ ਪਾਂਧਾ ਜੀ, ਪ੍ਰਥਮ ਐਸੀ ਸ਼ਾਹੀ ਬਣਾਉਣਾ ਕਰੇ। ਫਿਰ ਭਾਉ ਕਲਮ, ਜਿਹੜੀ ਭਾਉ ਨਾਮ ਪ੍ਰੇਮ ਦੀ ਕਲਮ ਹੈ ਨਾ, ਉਹ ਹਿਰਦੇ ਅੰਦਰ ਪਕੜ ਨਾ ਕਰੇ। ਮਨ ਰੂਪੀ ਹੱਥ ਵਿੱਚ ਪ੍ਰੇਮ ਰੂਪੀ ਕਲਮ ਜਿਹੜੀ ਹੈ ਨਾ, ਇਹ ਪਕੜ ਨਾ ਕਰੇ। ਤੇ ਪ੍ਰੇਮ ਰੂਪੀ ਕਲਮ ਪਕੜ ਕੇ ਚਿੱਤ ਲੇਖਾਰੀ, ਜਿਹੜਾ ਚਿੱਤ ਹੈ ਹਿਰਦਾ ਹੈ ਇਸ ਨੂੰ ਲਿਖਾਰੀ ਬਣਾਉਣਾ ਕਰੇ। ਗੁਰ ਪੁੱਛ, ਸੱਚੇ ਸਤਿਗੁਰਾਂ ਨੂੰ ਪੁੱਛੇ, ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਕੀ ਲਿਖਾਂ। ਤੇ ਲਿਖ ਵਿਚਾਰ, ਫਿਰ ਵਿਚਾਰ ਕੇ ਗੁਰੂ ਉਪਦੇਸ਼ ਪਾ ਕੇ ਤੇ ਸਤ ਅਸਤ ਦਾ ਨਿਰਣੈ ਕਰਨ ਰੂਪੀ ਵਿਚਾਰ ਦੁਆਰਾ ਲਿਖਣਾ ਕਰੇ। ਕੀ ਲਿਖਣਾ ਕਰੇ? ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਪਾਂਧਾ ਜੀ, ਸਤਿਗੁਰਾਂ ਨੂੰ ਪੁੱਛ ਕੇ ਸਤ ਅਸਤ ਦੀ ਵਿਚਾਰ ਕਰਕੇ ਨਿਰਣਾ ਕਰਕੇ ਤੇ ਪਰਮੇਸ਼ਰ ਦੇ ਨਾਮ ਨੂੰ ਲਿਖਣਾ ਕਰੇ। ਜਿਹੜਾ ਆਤਮ ਵਿਸ਼ੈਣੀ ਬੁੱਧੀ ਰੂਪੀ ਕਾਗਜ਼ ਬਣਾਇਆ ਹੈ ਨਾ, ਇਸ ਬੁੱਧੀ ਦੇ ਉੱਤੇ ਨਾਮ ਨੂੰ ਲਿਖਣਾ ਕਰੇ। ਵਾਹਿਗੁਰੂ ਦੀ ਸਿਫਤ ਸਲੋਤਾ ਨੂੰ ਲਿਖਣਾ ਕਰੇ। ਭਾਵ ਜਿਹੜੇ ਅੰਤःਕਰਨ ਵਿੱਚ, ਜਿਹੜੇ ਮਨ ਦੇ ਵਿੱਚ ਅਨੇਕ ਤਰ੍ਹਾਂ ਦੇ ਸੰਕਲਪ ਵਿਕਲਪ, ਨਾਨਾ ਤਰ੍ਹਾਂ ਦੇ ਸੰਸਾਰ ਦੇ ਧੰਦਿਆਂ ਦੇ ਉਤਰਾ ਚੜਾ ਲਿਖੇ ਹੋਏ ਭਾਵ ਚੱਲ ਰਹੇ ਨਾ ਮਨ ਵਿੱਚ, ਉਹ ਮਿਟ ਜਾਣ। ਕੇਵਲ ਬੁੱਧੀ ਰੂਪੀ ਕਾਗਜ਼ ਦੇ ਉੱਪਰ ਉਹਦਾ ਨਾਮ ਲਿਖਿਆ ਹੋਇਆ ਹੋਵੇ। ਹਿਰਦੇ ਅੰਦਰ ਕੇਵਲ ਵਾਹਿਗੁਰੂ ਦਾ ਹੀ ਚਿੰਤਨ ਚੱਲ ਰਿਹਾ ਹੋਵੇ। ਲਿਖ ਨਾਮ, ਇਹ ਆਤਮ ਵਿਸ਼ੈਣੀ ਬੁੱਧੀ ਰੂਪੀ ਕਾਗਜ਼ ਦੇ ਉੱਪਰ ਨਾਮ ਨੂੰ ਲਿਖਣਾ ਕਰੇ ਪ੍ਰੇਮ ਰੂਪੀ ਕਲਮ ਦੇ ਨਾਲ। ਸਾਲਾਹ ਲਿਖ, ਪਰਮੇਸ਼ਰ ਦੀ ਸਿਫਤੋ ਸਲੋਤਾ ਨੂੰ ਲਿਖਣਾ ਕਰੇ। ਉਹਦੀ ਕੀਰਤੀ, ਉਹਦਾ ਜਸ, ਉਹਦੀ ਵਡਿਆਈ, ਉਹਦੀ ਮਹਿਮਾ ਲਿਖਣਾ ਕਰੇ। ਲਿਖ ਅੰਤ ਨ ਪਾਰਾਵਾਰ। हे ਗੋਪਾਲ ਪਾਂਧਾ ਜੀ, ਐਸਾ ਲੇਖਾ ਲਿਖਣਾ ਕਰੇ ਜਿਹਦਾ ਕੋਈ ਅੰਤ ਨਹੀਂ ਹੈ, ਜਿਹਦਾ ਕੋਈ ਪਾਰਾਵਾਰ ਨਹੀਂ ਹੈ। ਭਾਵ ਆਰ ਪਾਰ, ਮੁੱਢ ਤੇ ਸਮਾਪਤੀ ਤੋਂ ਪਰੇ, ਨਾ ਉਹਦਾ ਕੋਈ ਆਦ ਹੈ ਨਾ ਉਹਦਾ ਕੋਈ ਅੰਤ। ਆਦ ਨਾ ਅੰਤ, ਸਦਾ ਬੇਅੰਤਾ। ਐਸਾ ਜੋ ਪਾਰਾਵਾਰ ਹੈ, ਭਾਵ ਕਿ ਆਰ ਪਾਰ, ਉਰਲਾ ਕਿਨਾਰਾ ਮੁੱਢਲਾ ਕਿਹੜਾ ਉਹਦਾ ਕਿਨਾਰਾ ਹੈ ਤੇ ਪਾਰਲਾ ਅੰਤਲਾ ਕਿਨਾਰਾ ਉਹਦਾ ਕਿਹੜਾ ਹੈ, ਜਿਹਦਾ ਨਹੀਂ ਪਤਾ ਉਹ ਕਹੀਏ ਪਾਰਾਵਾਰ। ਸੋ ਪਾਰਾਵਾਰ ਤੋਂ ਜੋ ਰਹਿਤ ਹੈ, ਅੰਤ ਨਾ, ਜਿਹਦਾ ਅੰਤ ਨਹੀਂ ਹੈ, ਉਸ ਅਕਾਲ ਪੁਰਖ ਦੀ ਸਿਫਤੋ ਸਲੋਤਾ ਨੂੰ ਲਿਖਣਾ ਕਰੇ।
ਉਹਦੇ ਨਾਮ ਨੂੰ ਲਿਖਣਾ ਕਰੇ, ਪ੍ਰੇਮ ਰੂਪੀ ਕਲਮ ਦੇ ਨਾਲ ਲਿਖਣਾ ਕਰੇ, ਚਿੱਤ ਨੂੰ ਲਖਾਰੀ ਬਣਾ ਕੇ ਲਿਖੇ ਤੇ ਗੁਰੂ ਨੂੰ ਪੁੱਛ ਕੇ ਲਿਖਣਾ ਕਰੇ, ਗੁਰੂ ਆਗਿਆ ਪਾ ਕੇ ਸਤ ਅਸਤ ਦੀ ਵਿਚਾਰ ਦੇ ਨਾਲ ਲਿਖਣਾ ਕਰੇ, ਬੁੱਧੀ ਰੂਪੀ ਕਾਗਜ਼ ਦੇ ਉੱਪਰ ਲਿਖਣਾ ਕਰੇ ਤੇ ਸੰਸਾਰ ਦੇ ਧੰਦਿਆਂ ਸੰਬੰਧੀਆਂ ਪਦਾਰਥਾਂ ਦਾ ਮੋਹ ਜਿਹੜਾ ਇਹਨੂੰ ਸਾੜ ਕੇ ਇਹਦੀ ਸ਼ਾਹੀ ਬਣਾ ਕੇ ਲਿਖਣਾ ਕਰੇ। ਐਸਾ ਲੇਖਾ ਜਿਹੜਾ ਨਾ ਪਾਂਦਾ ਜੀ, ਉਹ ਲਿਖਣਾ ਸਵਰੀਬੋ ਪਰੀ ਹੈ। ਜਿਹੜਾ ਤੁਸੀਂ ਲੇਖਾ ਦੱਸ ਰਹੇ ਤੇ ਝੂਠੇ ਲੇਖੇ ਹੈ, ਇਹ ਲੇਖਾ ਜਿਹੜਾ ਹੈ ਨਾ ਸੱਚਾ ਹੈ। ਬਾਬਾ ਇਹੋ ਲੇਖਾ ਲਿਖ ਜਾਣ, ਪਾਂਧੇ ਨੂੰ ਕਹਿ ਰਹੇ, ਕਿਉਂਕਿ ਵੱਡੀ ਉਮਰ ਵਿੱਚ ਹੈ ਨਾ ਪਾਂਧਾ ਜੀ। ਸਤਿਗੁਰੂ ਜੀ ਹਾਲੇ ਬਾਲਕ ਰੂਪ ਵਿੱਚ ਕਹਿ ਰਹੇ, ਬਾਬਾ ਪਾਂਧਾ ਜੀ ਇਹੋ ਲੇਖਾ ਲਿਖ ਜਾਣ। ਇਹ ਜਿਹੜਾ ਲੇਖਾ ਲਿਖਣਾ ਜਾਣਨਾ ਕਰੋ। ਇਹ ਲੇਖੇ ਨੂੰ ਲਿਖਣ ਦੀ ਜਿਹੜੀ ਜੁਗਤੀ ਹੈ, ਇਸ ਲੇਖੇ ਨੂੰ ਲਿਖਣ ਦਾ ਜਿਹੜਾ ਢੰਗ ਹੈ ਨਾ, ਉਹਨੂੰ ਜਾਣੋ, ਉਹਨੂੰ ਸਮਝੋ ਤੇ ਇਹ ਲੇਖਾ ਲਿਖਣਾ ਕਰੋ। ਇਹ ਲੇਖੇ ਲਿਖਣ ਦਾ ਫਲ ਸਰੂਪ ਕੀ ਪ੍ਰਾਪਤ ਹੋਵੇਗਾ? ਪਾਂਧਾ ਪੁੱਛਦਾ ਅਥਵਾ ਜਗਿਆਸੂ ਪੁੱਛਦਾ, ਗੁਰਦੇਵ ਜਿਹੜੇ ਲੇਖੇ ਨੂੰ ਲਿਖਣ ਬਾਬਤ ਕਹਿ ਰਹੇ ਹੋ ਤੁਸੀਂ, ਇਹ ਲੇਖੇ ਨੂੰ ਲਿਖਣ ਦਾ ਫਲ ਸਰੂਪ ਕੀ ਪ੍ਰਾਪਤ ਹੋਵੇਗਾ? ਤਾਂ ਗੁਰਦੇਵ ਦੱਸਦੇ ਹੈ, ਜਿੱਥੇ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਜਿੱਥੇ ਧਰਮਰਾਜ ਦੀ ਦਰਗਾਹ ਦੇ ਵਿੱਚ ਜਿੱਥੇ ਲੇਖਾ ਜੋਖਾ ਹੁੰਦਾ ਨਾ ਕਰਮਾਂ ਦਾ, ਕਿਉਂਕਿ ਉੱਥੇ ਫਿਰ ਕਰਮਾਂ ਦਾ ਲੇਖਾ ਜੋਖਾ ਧਰਮਰਾਜ ਦੀ ਕਚਹਿਰੀ ਦੇ ਵਿੱਚ ਹੁੰਦਾ। ਜਿੱਥੇ ਲੇਖਾ ਮੰਗੀ ਹੈ, ਜਿੱਥੇ ਕੀਤੇ ਹੋਏ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ, ਹਿਸਾਬ ਕਿਤਾਬ ਮੰਗਿਆ ਜਾਂਦਾ ਹੈ ਕਿ ਦੁਰਲਭ ਮਨੁੱਖਾ ਜਨਮ ਲੈ ਕੇ ਸਵਾਸਾਂ ਦੀ ਪੂੰਜੀ ਲੈ ਕੇ ਤੂੰ ਸੰਸਾਰ ਰੂਪੀ ਬਾਜ਼ਾਰ ਦੇ ਵਿੱਚ ਗਿਆ ਸੀ, ਕੀ ਖਰੀਦ ਕੇ ਲਿਆਇਆ? ਇੱਥੇ ਹਿਸਾਬ ਦੇ, ਹਿਸਾਬ ਕਿਤਾਬ ਮੰਗਿਆ ਜਾਂਦਾ ਹੈ। ਅਮੋਲਕ ਮਨੁੱਖਾਂ ਦੇ ਹੀ ਤੇ ਕੀਮਤੀ ਬੇਸ਼ ਕੀਮਤੀ ਸਵਾਸਾਂ ਦੀ ਪੂੰਜੀ ਦੇ ਕੇ ਤੈਨੂੰ ਘੱਲਿਆ ਸੀ, ਕੀ ਖਰੀਦ ਕੇ ਲਿਆਇਆ ਤੇ ਕੀ ਖਰਚਿਆ, ਕੀ ਖੱਟਿਆ? ਇੱਥੇ ਹਿਸਾਬ ਦੇ। ਧਰਮਰਾਜ ਦੀ ਕਚਹਿਰੀ ਦੇ ਵਿੱਚ ਹਿਸਾਬ ਮੰਗਿਆ ਜਾਂਦਾ ਹੈ, ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ। ਜਿਹੋ ਜਿਹੇ ਕਰਮ ਕਿਸੇ ਨੇ ਕੀਤੇ ਹੁੰਦੇ ਹੈ, ਤਥਾ ਹੀ ਉਹਨਾਂ ਕਰਮਾਂ ਦਾ ਹਿਸਾਬ ਕਿਤਾਬ ਉੱਥੇ ਹੋ ਕੇ ਫਲ ਸਰੂਪ ਤਥਾ ਮਿਲਦਾ। ਕੋ ਕਰਮੀ ਆਪੋ ਆਪਣੇ ਕਰਮਾਂ ਦੇ ਅਨੁਸਾਰ ਫਲ ਮਿਲਦਾ ਹੈ। ਜਿਹੋ ਜਿਹਾ ਬੀਜ ਕਿਸੇ ਨੇ ਬੀਜਿਆ ਹੁੰਦਾ ਕਰਮਾਂ ਦਾ, ਤਥਾ ਉਹ ਲਾਉਂਦਾ, ਉਹੀ ਵੱਢਦਾ। ਸੋ ਜਿੱਥੇ ਲੇਖਾ ਮੰਗੀ, ਇਸ ਐਸੀ ਜਿਹੜੀ ਕਚਹਿਰੀ ਪਰਮੇਸ਼ਰ ਨੇ ਧਰਮਰਾਜੇ ਦੀ ਬਣਾਈ ਹੈ, ਜਿੱਥੇ ਜੱਜ ਨਿਰਣਾ ਕਰਨ ਵਾਲਾ ਧਰਮਰਾਜ ਬਿਠਾਇਆ ਹੋਇਆ ਹੈ, ਐਸੀ ਜਿਹੜੀ ਕਚਹਿਰੀ ਵਿੱਚ ਜਿੱਥੇ ਲੇਖਾ ਮੰਗਿਆ ਜਾਂਦਾ ਹੈ, ਤਿੱਥੇ ਹੋਏ ਸੱਚਾ ਨੀਸਾਨ। ਉੱਥੇ ਫਿਰ ਜਿਹੜਾ ਹੈ ਲਿਖ ਨਾਮ ਸਲਾਹ ਲਿਖ, ਇਹ ਜਿਹੜੀ ਨਾਮ ਦੀ ਸਿਫਤੋ ਸਲੋਤਾ ਦਾ ਲਿਖਣਾ ਹੈ, ਬੁੱਧੀ ਰੂਪੀ ਕਾਗਜ਼ ਦੇ ਉੱਪਰ ਜਿਹੜਾ ਪ੍ਰੇਮ ਦੀ ਕਲਮ ਦੇ ਨਾਲ ਨਾਮ ਨੂੰ ਲਿਖਣਾ ਹੈ ਨਾ, ਇਹ ਲਿਖਿਆ ਹੋਇਆ ਲੇਖਾ ਫਿਰ ਹੋਏ ਸੱਚਾ ਨੀਸਾਨ। ਉੱਥੇ ਫਿਰ ਸੱਚਾ ਨੀਸਾਨ ਹੁੰਦਾ ਹੈ, ਸੱਚਾ ਟੋਂਬੂ ਹੁੰਦਾ ਹੈ। ਕਹਿੰਦੇ ਜਿਸ ਤਰ੍ਹਾਂ ਪਾਤਸ਼ਾਹ ਚਕਰਵਰਤੀ ਸਮਰਾਟ ਹੋਵੇ
ਤੇ ਚੱਕਰਵਰਤੀ ਸਮਰਾਟ ਦੀ ਇੱਕ ਟੋਂਬੂ ਹੁੰਦੀ ਹੈ, ਮੋਹਰ ਨਿਸ਼ਾਨੀ। ਤੇ ਜਦੋਂ ਕਿਸੇ ਨੇ ਪਾਤਸ਼ਾਹ ਦੇ ਦਰਬਾਰ 'ਚ ਜਾਣਾ ਹੁੰਦਾ ਹੈ ਨਾ, ਬਾਕੀ ਸਾਰਿਆਂ ਤੋਂ ਪੁੱਛਿਆ ਜਾਂਦਾ, ਤਲਾਸ਼ੀ ਲਈ ਜਾਂਦੀ ਹੈ, ਅੰਦਰ ਲੰਘਣ ਨਹੀਂ ਦਿੱਤਾ ਜਾਂਦਾ, ਚੰਗੀ ਤਰ੍ਹਾਂ ਨਿਰਣਾ ਕੀਤਾ ਜਾਂਦਾ। ਤੇ ਜਿਹਦੇ ਕੋਲ ਹੋਵੇ ਉਹ ਟੋਂਬੂ ਨਿਸ਼ਾਨੀ ਹੋਵੇ ਬਾਦਸ਼ਾਹ ਦੀ, ਉਹ ਵੇਖ ਕੇ ਹੱਥ ਜੋੜ ਦਿੰਦੇ, ਜਾਓ ਜੀ। ਕੁਝ ਨਹੀਂ ਪੁੱਛਿਆ ਜਾਂਦਾ, ਕੋਈ ਤਲਾਸ਼ੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਹੋਰ ਨਿਰਣਾ ਨਹੀਂ, ਬਸ ਟੋਂਬੂ ਵਿਖਾਇਆ ਤੇ ਜਿਹੜੇ ਅੱਗੇ ਖਲੋਦੇ ਹੁੰਦੇ ਆ ਦਰਬਾਨ 'ਚ ਉਹ ਹੱਥ ਜੋੜ ਦਿੰਦੇ। ਬਾਦਸ਼ਾਹ ਦਾ ਖਾਸ ਬੰਦਾ ਹੈ ਇਹ, ਸ਼ਹਿਨਸ਼ਾਹ ਦਾ ਕੋਈ ਖਾਸ ਆਦਮੀ, ਇਹਨੂੰ ਨਹੀਂ ਵਰਜਿਆ ਜਾ ਸਕਦਾ। ਉਹ ਟੋਂਬੂ ਦੀ ਨਿਆਈ ਸੱਚਾ ਨਾਮ ਹੁੰਦਾ, ਉੱਥੇ ਹੋਏ ਸੱਚਾ ਨਿਸ਼ਾਨ। ਇਹ ਜਿਹੜਾ ਲਿਖਿਆ ਹੋਇਆ ਬੁੱਧੀ ਰੂਪੀ ਕਾਗਜ਼ ਦੇ ਉੱਪਰ ਨਾਮ ਹੈ, ਬੁੱਧੀ ਰੂਪੀ ਕਾਗਜ਼ ਦੇ ਉੱਪਰ ਪ੍ਰੇਮ ਦੀ ਕਲਮ ਦੇ ਨਾਲ ਲਿਖਿਆ ਹੋਇਆ ਜਿਹੜਾ ਨਾਮ ਹੈ ਨਾ, ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਸੱਚੀ ਇਹ ਨਿਸ਼ਾਨ ਨਿਸ਼ਾਨੀ ਹੁੰਦਾ। ਆਪ ਜਿਸ ਨੂੰ ਵੇਖ ਕੇ ਹਿਸਾਬ ਕਿਤਾਬ ਲੈਣ ਵਾਲੇ ਜਿਹੜੇ ਹੈ ਨਾ, ਫਿਰ ਹਿਸਾਬ ਕਿਤਾਬ ਨਹੀਂ ਮੰਗ ਸਕਦੇ, ਕਿਉਂਕਿ ਧਰਮਰਾਜ ਦੇ ਦੂਤ ਹੈ ਨਾ, ਧਰਮਰਾਜ ਦੇ ਦੂਤ ਦਰਵਾਨਚੀਆਂ ਦੀ ਨਿਆਈ ਸਭ ਕੁਝ ਮੰਗਦੇ ਆ। ਕੀ ਕੁਝ ਕੀਤਾ ਹੈ ਤੂੰ, ਸਾਰਾ ਇੱਥੇ ਆਪਣਾ ਤਲਾਸ਼ੀ ਦਿਓ। ਸਾਰੀ ਤਲਾਸ਼ੀ ਨਿਰਣਾ ਕਰਕੇ ਚਿੱਠਾ ਖੋਲ ਕੇ ਧਰਮਰਾਜੇ ਕੋਲ ਰੱਖਦੇ। ਇਹੋ ਜਿਹੇ ਆਦਮੀ ਹੈ ਜੀ, ਇਹ ਕੰਮ ਕਰਕੇ ਆਇਆ, ਇਹ ਖੁਟਿਆਈਆਂ ਇਹਦੀਆਂ ਚੰਗਿਆਈਆਂ, ਤੇ ਉਹਨਾਂ ਦੇ ਅਨੁਸਾਰ ਫਿਰ ਧਰਮਰਾਜ ਨਿਰਣਾ ਕਰਦਾ। ਕਿੰਤੂ ਜਿਹਦੇ ਕੋਲ ਇਹ ਸੱਚਾ ਨਿਸ਼ਾਨ ਨਾਮ ਰੂਪੀ ਟੋਂਬੂ ਹੁੰਦਾ ਹੈ ਨਾ, ਫਿਰ ਉੱਥੇ ਕੋਈ ਲੇਖਾ ਜੋਖਾ ਪੁੱਛ ਨਹੀਂ ਸਕਦਾ। ਜੈਸੇ ਕਿ ਹੈ ਨਾ ਕਿ ਲੇਖਾ ਦੇਣਾ ਸੁਹੇਲਾ, ਜੇ ਮਨ ਸੂਚਾ ਹੋਏ, ਜੇ ਕਹਿੰਦੇ ਚਿੱਤ ਪਵਿੱਤਰ ਹੈ, ਨਾਮ ਜਪ ਕੇ ਨਿਰਮਲ ਹੋ ਗਿਆ, ਫਿਰ ਉੱਥੇ ਲੇਖਾ ਦੇਣ ਲੱਗਿਆ ਕੋਈ ਭੈ ਨਹੀਂ, ਕਿਉਂਕਿ ਲੇਖਾ ਮੰਗਦਾ ਨਹੀਂ ਕੋਈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦੇ ਲੇਖੇ ਜੋਖੇ ਵਾਲੇ ਕਾਗਜ਼ ਜਾਣ ਤੇ ਪਾਸੇ ਹੀ ਪਏ ਰਹਿ ਜਾਂਦੇ, ਕਿਉਂਕਿ ਸੱਚਾ ਨਾਮ ਰੂਪੀ ਨਿਸ਼ਾਨ ਹੈ ਨਾ, ਧਰਮਰਾਜੇ ਨੂੰ ਵੀ ਪਤਾ ਲੱਗ ਜਾਂਦਾ ਹੈ ਤੇ ਆਪ ਪਰ ਬ੍ਰਹਮ ਸਰੂਪ ਪਰਮਾਤਮਾ ਦਾ ਆਦਮੀ ਹੈ, ਭਾਵੇਂ ਤੇ ਉਹ ਪਰਮੇਸ਼ਰ ਦਾ ਭਗਤ ਹੈ। ਤੇ ਭਗਤ ਦੇ ਲੇਖੇ ਜੋਖੇ ਵਾਲੇ ਕਾਗਜ਼ ਮੈਂ ਫਰੋਲਾਂ ਅਵਿਸ਼ਵਾਸ ਕਰਕੇ, ਭਗਤ ਤੇ ਸੰਸਾ ਕਰਕੇ ਮੈਂ ਫਰੋਲਾਂਗਾ ਨਾ, ਤਾਂ ਇਹ ਸੰਸੇ ਦਾ ਦੰਡ ਮੈਨੂੰ ਅਕਾਲ ਪੁਰਖ ਦੇਵੇਗਾ। ਇਸ ਵਾਸਤੇ ਧਰਮ ਰਾਜਾ ਵੀ ਭੈ ਭੀਤ ਹੋ ਜਾਂਦਾ ਹੈ। ਭਗਤਾਂ ਦੇ ਜਿਨ੍ਹਾਂ ਨੇ ਨਾਮ ਦਾ ਇਹ ਲੇਖਾ ਬੁੱਧੀ ਰੂਪੀ ਕਾਗਜ਼ ਤੇ ਲਿਖ ਲਿਆ, ਜਿਨ੍ਹਾਂ ਨੇ ਨਾਮ ਜਪ ਲਿਆ, ਸਿਫਤ ਸਲੋਤਾ ਵਾਹਿਗੁਰੂ ਦੀ ਕੀਤੀ ਹੈ, ਉਹਨਾਂ ਦੇ ਪਿਛਲੇ ਜੀਵਨ ਵਿਚਲੇ ਜਿਤਨੇ ਵੀ ਇਹ ਪਾਪ ਪੁੰਨ ਆਦਿ ਕਰਮਾਂ ਦੇ ਹਿਸਾਬ ਕਿਤਾਬ ਦੇ ਕਾਗਜ਼ ਬਣੇ ਹੈ ਨਾ, ਧਰਮ ਰਾਜਾ ਉਹਨਾਂ ਨੂੰ ਫਰੋਲਣ ਦੀ ਚੇਸ਼ਟਾ ਹੀ ਨਹੀਂ ਕਰਦਾ। ਭੈ ਭੀਤ ਰਹਿੰਦਾ ਹੈ ਕਿ ਪਰਮੇਸ਼ਰ ਦੇ ਖਾਸ ਭਗਤ ਹੈ, ਸੇਵਕ ਹੈ, ਤੇ ਜੇ ਇਹਨਾਂ ਤੇ ਮੈਂ ਕੋਈ ਸੰਸਾ ਉਠਾਇਆ, ਉਂਗਲੀ ਉਠਾਈ, ਭਾਵ ਮੈਂ ਕਾਗਜ਼ ਫਰੋਲਣ ਲੱਗਾ, ਤੇ ਕਾਗਜ਼ ਫਰੋਲਣ ਦਾ ਹੀ ਮੈਨੂੰ ਵਾਹਿਗੁਰੂ ਦੰਡ ਦੇ ਦੇਵੇਗਾ। ਇਸ ਵਾਸਤੇ ਉਹ ਕਾਗਜ਼ ਹੀ ਪਾੜ ਦਿੰਦਾ। ਇਹ ਭਗਤ ਹੈ, ਪਿਛਲੇ ਜੀਵਨ ਵਿੱਚ ਇਸਨੇ ਕੀ ਕੀਤਾ ਉਹ ਵੇਖਦਾ ਤੱਕ ਵੀ ਨਹੀਂ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹ ਸਭ ਕਾਗਜ਼ ਉਹਦੇ ਪਾੜ ਜਾਂਦੇ ਹੈ। ਉੱਥੇ ਫਿਰ ਕੋਈ ਵੀ ਰੁਕਾਵਟ ਨਹੀਂ ਪਾ ਸਕਦਾ ਜਿਹਦੇ ਕੋਲ ਨਾਮ ਦਾ ਟੋਂਬੂ ਹੁੰਦਾ ਹੈ। ਨਿਰੰਕਾਰ ਦੇ ਨਾਮ ਦੀ ਸੱਚੀ ਮੋਹਰ ਹੁੰਦੀ ਹੈ, ਪ੍ਰਮਾਣ ਪੱਤਰ ਹੁੰਦਾ ਹੈ। ਖਾਸ ਆਦਮੀ ਹੁੰਦੇ ਆ ਨਾ ਚੱਕਰਵਰਤੀ ਸਮਰਾਟਾਂ ਦੇ, ਉਹਨਾਂ ਦੇ ਕੋਲ ਪ੍ਰਮਾਣ ਪੱਤਰ ਹੁੰਦਾ ਹੈ, ਸਨਾਖਤ ਹੁੰਦੀ ਹੈ, ਵਿਖਾ ਦਿੰਦੇ ਆ, ਸਿੱਧੀ ਲੰਘ ਜਾਂਦੇ ਆ। ਮਜਾਲ ਹੈ ਕੋਈ ਰੋਗ ਪਾਵੇ, ਐਸਾ ਹੀ ਪਰਮੇਸ਼ਰ ਦਾ ਨਾਮ ਹੈ।
जिसनों कोई रोक नहीं सकता, जिहदे कोल ऐसा टोंबू होवे, जिहदे कोल ऐसा प्रमाण पत्र होवे, उत्थे फिर कोई रोकण दी ताकत जां रोकण दा साहस जां पुछ गिछ करन दा कोई दुसाहस नहीं कर सकता। सो हे गोपाल पांदा जी, ये लेखा लिखना जिहड़ा है ना, ये जानो ते इहो जिहा लेखा लिखिया ई दरगाह दे विच प्रवाणिक हुंदा रहाओ। विश्राम दे के अगों उचारण करदे हन, जिथे मिलह वडियाईया सद खुशिया सद चाओ। हे पांदा जी, ये जिहड़ा सच्चा नाम रूपी लेखा प्रेम दी कलम नाल आत्म विषैणी बुद्धि रूपी कागज ते मोह नूं साड़न रूपी शाही दे नाल लिखना है ना, ये लिखिया होया लेखा जिहड़ा है ना, इहदी होर भी महिमा सुनो। जिथे मिलह वडियाईया, जिथे नाम जपण वाले नूं दरगाह दे विच वडियाईयां मिलदियां, ऐसी नाम दी महिमा है। उथे फिर सत्कार मिलदा। इत्थों तक कि नाम जपण वालियां दे वास्ते धर्मराज भी अपना सिंघासन छड्ड के पासे हो जांदा है। जनक जी गए सी ना, ते धर्मराज उठ के खलो गया, सत्कार दिता, अपना सिंघासन दिता बैठण वास्ते। सो इस तरह मिलह वडियाईया, दरगाह दे विच वडियाईयां मिलदियां इहो जिहा लेखा लिखण दे नाल। फिर सद खुशिया सद चाओ, सद नाम सदा हमेशा ही खुशियां प्राप्त हुंदियां हनगियां, कदाचित भी दुख नहीं व्यापदा। उन्हां सिमरन अभ्यासियां नूं सद खुशिया हमेशा खुशियां प्राप्त हुंदियां हन, ते सद चाओ हमेशा ही उन्हां दे अंदर चा खेड़ा आनंद बनिया ही रहिंदा है। नाम जपण वाले जिन्हां ने ऐसा लेखा लिखिया है ना, उन्हां नूं किसी प्रकार दे भी संसार दे धंधे जां किसी प्रकार दे भी संसार दे दुख गमगीन नहीं कर सकते। वो हमेशा खेड़े विच रहिंदे है, आनंदता विच रहिंदे है, प्रसन्नता विच रहिंदे है। जिन्हां ने नाम जपे ना, कितनी भी वड्डी किसी प्रकार दी भी संसारक तल ते विपता आ जावे, उन्हां दे हिरदे दियां खुशियां नूं ग्रहण नहीं ला सकदी। उन्हां दा हिरदा हमेशा खुशियां नाल भरिया रहिंदा है, खेड़े नाल भरिया रहिंदा है, ते उन्हां दे हिरदे अंदर हमेशा चा नवां चा चढ़िया रहिंदा है। नाम जपण वालियां नूं कदाचित भी कोई विचलित नहीं कर सकता। ऐसी नाम दी महिमा है। तिन मुख टिके निकल है, जिन मन सच्चा नाओ। फिर हे पांदा जी, जिन्हां दे हिरदे विच सच्चा नाम है ना, जिन मन सच्चा नाओ, जिन्हां दे हिरदे अंदर सच्चा नाम स्थित हो गया, तिन मुख टिके निकले। उन्हां दे मुख कहिए मस्तिष्क दे उपर फिर वडियाईयां दे टिके निकलदे है। दरगाह दे विच उन्हां नूं माण मिलदा है। नानक धर्म ऐसे चवै कीतो भवन पुनीत। वडियाईयां दे टिके निकलदे है। आओ बैठ आदर शुभ देव दियां वडियाईयां उन्हां नूं प्राप्त हुंदियां जिन्हां दे मन विच सच्चा नाम हुंदा है। ऐसी नाम दी महिमा है। करम मिलै तां पाईऐ, नाही गल्ली वाओ दुआओ। पांदा पुछदा जी, जिस सच्चे लेखे दी नाम दी गल कर रहे हो, ये प्राप्त किवें हुंदा है?
ਜਗਿਆਸੂ ਬਿਨੈ ਕਰਦਾ ਜੀ, ਸੱਚਾ ਨਾਮ ਪ੍ਰਾਪਤ ਕਿਵੇਂ ਹੋ ਸਕਦਾ? ਤਾਂ ਸਤਿਗੁਰੂ ਜੀ ਉੱਤਰ ਦਿੰਦੇ ਐ, ਕਰਮ ਮਿਲੈ ਤਾਂ ਪਾਈਐ। ਪ੍ਰਥਮ ਤਾਂ ਭਾਈ ਜੇ ਕਰਮ ਨਾਮ ਸ੍ਰਿਸ਼ਟਲੇ ਭਾਗ ਮਸਤਿਸ਼ਟ ਦੇ ਜਾਗਣ, ਬਿਨਾ ਭਾਗਾਂ ਤੋਂ ਸੰਭਵ ਨਹੀਂ। ਇਹ ਕੋਈ ਪੂਰਬਲੇ ਜਨਮਾਂ ਵਿਚਲੇ ਉੱਚ ਕਰਮਾਂ ਦੀ ਕਮਾਈ ਮਸਤਿਸ਼ਟ ਦੇ ਅੱਗੇ ਆ ਜਾਵੇ, ਭਾਵ ਵੱਡੇ ਭਾਗ ਜਾਗ ਪੈਣ, ਤਾਂ ਫਿਰ ਗੁਰੂ ਸਾਹਿਬਾਂ ਨਾਲ ਮਿਲਾਪ ਹੁੰਦਾ। ਮਿਲੈ ਸਤ ਸੰਗਤ ਦੇ ਨਾਲ ਮਿਲੀਦਾ, ਵਡਭਾਗੀ ਸਤ ਸੰਗਤ ਪਾਵੈ। ਵੱਡੇ ਭਾਗ ਕਰਮ ਨਾਮ ਭਾਗ, ਵੱਡੇ ਭਾਗ ਜਾਗਣ ਤਾਂ ਸੰਗਤ ਨਾਲ ਜਾ ਕੇ ਮਿਲੀਦਾ, ਗੁਰੂ ਨਾਲ ਜਾ ਕੇ ਮਿਲੀਦਾ। ਤਾਂ ਫਿਰ ਜਦੋਂ ਗੁਰੂ ਦੀ ਕਰਮ ਮਿਲੈ, ਕਿਰਪਾ ਮਿਲ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ ਤਾਂ ਪਾਈਏ, ਤਾਂ ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਗੁਰੂ ਕਿਰਪਾ ਤੋਂ ਸੰਭਵ ਨਹੀਂ ਹੈ। ਪ੍ਰਥਮ ਵੱਡੇ ਭਾਗ ਜਾਗਣਗੇ ਤਾਂ ਸਤ ਸੰਗਤ ਦੇ ਵਿੱਚ ਜਾਵਾਂਗੇ। ਬਿਨਾਂ ਭਾਗਾਂ ਤੋਂ ਸੰਗਤ ਵਿੱਚ ਜਾਣਾ ਨਸੀਬ ਕੋਈ ਨਹੀਂ ਹੈ। ਹੁਣ ਸੰਗਤ ਵਿੱਚ ਚਲੇ ਗਏ ਹਾਂ ਤਾਂ ਗੁਰੂ ਦੀ ਕਰਮ ਹੋਵੇਗੀ ਤਾਂ ਨਾਮ ਪ੍ਰਾਪਤ ਹੋਵੇਗਾ। ਤੇ ਗੁਰੂ ਦੀ ਕਰਮ ਕਦੋਂ ਹੋਵੇਗੀ? ਕਰਮ ਨਾਮ ਕਿਰਪਾ, ਗੁਰੂ ਦੀ ਕਿਰਪਾ ਕਦੋਂ ਵਰਤੇਗੀ? ਜਦੋਂ ਗੁਰੂ ਹੁਕਮ ਦੇ ਵਿੱਚ ਆਪਾਂ ਚੱਲਾਂਗੇ, ਸਤਿਗੁਰਾਂ ਦੇ ਆਦੇਸ਼ ਨੂੰ ਸਤ ਕਰਕੇ ਸਵੀਕਾਰਨੀय ਕਰਾਂਗੇ। ਕਿਉਂਕਿ ਹੁਕਮ ਵਿੱਚ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਤੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ। ਹੁਕਮ ਅਦੁੱਲੀ ਤੇ ਹੁਕਮ ਅਵਹੇਲਣਾ ਕਰਨ ਵਾਲੇ ਨੂੰ ਗੁਰੂ ਕਿਰਪਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰ ਇਤਿਹਾਸ ਦੇ ਵਿੱਚ ਅਨੇਕ ਪ੍ਰਮਾਣ ਮਿਲਦੇ, ਜਿਨ੍ਹਾਂ ਹੁਕਮ ਮੰਨ ਕੇ ਸੇਵਾ ਕਮਾਈ ਹੈ, ਉਹਨਾਂ ਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਤੇ ਹੁਕਮ ਤੋਂ ਬਾਹਰੇ ਚਾਹੇ ਦਿਨੇ ਰਾਤ ਲੱਗੇ ਰਹੇ ਪ੍ਰਿਥੀ ਚੰਦ ਵਰਗੇ, ਸਾਰਾ ਪ੍ਰਬੰਧ ਗੁਰੂ ਘਰ ਦਾ ਸੰਭਾਲਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੋਂ, ਪਰੰਤੂ ਹੁਕਮ ਵਿੱਚ ਨਹੀਂ ਚੱਲਦਾ, ਖੁਸ਼ੀ ਦਾ ਪਾਤਰ ਨਹੀਂ ਬਣ ਪਾਇਆ। ਗੁਰੂ ਅਰਜਨ ਦੇਵ ਜੀ ਨੇ ਹੁਕਮ ਮੰਨਿਆ, ਲਾਹੌਰ ਚਲੇ ਗਏ, ਬਿਨਾਂ ਸੱਦੇ ਤੋਂ ਨਹੀਂ ਆਉਣਾ, ਸਤ ਬਚਨ ਨਹੀਂ ਆਏ। ਹੁਕਮ ਮੰਨਿਆ, ਇਹਨਾਂ ਤੇ ਖੁਸ਼ੀਆਂ ਹੋ ਗਈਆਂ, ਬਖਸ਼ਿਸ਼ਾਂ ਹੋ ਗਈਆਂ। ਹੁਕਮ ਮੰਨ ਕੇ ਸੇਵਾ ਕਮਾਈ ਜਾਵੇ। ਗੁਰੂ ਦੇ ਹੁਕਮ ਨੂੰ ਸਿਰ ਮਸਤਿਸ਼ਟ ਦੇ ਉੱਪਰ ਧਾਰਨ ਕੀਤਾ ਜਾਵੇ। ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਸਾਹਿਬਾਂ ਨੇ ਕਹਿ ਦਿੱਤਾ, ਸਤ ਬਚਨ ਕਹਿ ਕੇ ਸਵੀਕਾਰਨੀय ਕਰ ਲਿਆ। ਇਸ ਤਰ੍ਹਾਂ ਦੇ ਨਾਲ ਜਿਹੜੇ ਗੁਰੂ ਦੀ ਸੇਵਾ ਕਮਾਉਂਦੇ ਹੈ, ਉਹ ਗੁਰੂ ਦੀ ਕਰਮ ਕਿਰਪਾ ਨੂੰ ਪ੍ਰਾਪਤ ਕਰਦੇ। ਕਿਉਂ? ਬਿਨਾਂ ਗੁਰੂ ਸੇਵਾ ਤੋਂ ਗੁਰੂ ਕਰਮ ਦੀ ਪ੍ਰਾਪਤੀ ਵੀ ਨਹੀਂ ਹੈ। ਆਂਦੇ ਕਿ ਹੈ ਨਾ ਕਿ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਬੜੀ ਗਾਖੜੀ ਹੈ ਗੁਰਾਂ ਦੀ ਸੇਵਾ, ਬੜੀ ਕਠਿਨ। ਭਾਈ ਮੰਝ ਵਰਗੀਆਂ ਕਮਾਈ ਹੈ ਸਤਿਗੁਰਾਂ ਦੀ ਸੇਵਾ ਹੁਕਮ ਮੰਨ ਕੇ। ਮਾਂ ਕਰੜੀ ਬੜੀ ਔਖੀ ਹੈ। ਕਹਿੰਦੇ ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਾਲੇ। ਐਵੇਂ ਗੁਰਾਂ ਦੀ ਕਰਮ ਨਹੀਂ ਪ੍ਰਾਪਤ ਹੋ ਜਾਂਦੀ, ਐਵੇਂ ਗੁਰਾਂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਹੋ ਜਾਂਦੀ। ਇਹ ਤਾਂ ਆਪਣਾ ਆਪ ਗਵਾਉਣਾ ਪੈਂਦਾ ਗੁਰੂ ਦੇ ਅੱਗੋਂ ਜਾ ਕੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਫਿਰ ਕਿਰਪਾ ਦੇ ਪਾਤਰ ਬਣੀਦਾ। ਇਉਂ ਨਹੀਂ ਕਿ ਗੁਰੂ ਦੇ ਦਰ ਤੇ ਚਲੇ ਗਏ ਆ ਤੇ ਹੁਕਮ ਵੀ ਨਹੀਂ ਮੰਨ ਰਹੇ,
ਤੇ ਕੇਵਲ ਮੱਥਾ ਟੇਕ ਕੇ ਆ ਗਿਆ, ਗੁਰੂ ਦੀ ਕਰਮ ਦੇ ਪਾਤਰ ਨਹੀਂ ਬਣੀਦਾ, ਕਿਰਪਾ ਦੇ ਪਾਤਰ ਨਹੀਂ ਬਣੀਦਾ। ਇੱਕ ਤਾਂ ਆਪਣਾ ਤਨ ਵੀ ਗੁਰੂ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ ਤੇ ਮਨ ਵੀ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤਾ। ਹੁਣ ਮੇਰਾ ਮਨ ਕਹਿੰਦਾ ਕਿ ਫਲਾਣਾ ਕੰਮ ਹਾਲੇ ਕਰਨ ਵਾਲਾ ਤੇ ਗੁਰੂ ਦੇਵ ਕਹਿੰਦੇ ਆ ਕਾਰਿਆ ਕਰ, ਤੇ ਮੇਰਾ ਮਨ ਕਹਿੰਦਾ ਜਦ ਮਨ ਹੀ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਫਿਰ ਤਾਂ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ। ਇਹ ਤਾਂ ਮੁਰਦਾ ਹੋਣਾ ਪੈਂਦਾ। ਫਿਰ ਤੇ ਗੁਰਦੇਵ ਕਹਿੰਦੇ ਉੱਠ, ਉੱਠ ਪਿਆ। ਗੁਰਦੇਵ ਨੇ ਕਿਹਾ ਬੈਠ ਜਾ, ਬੈਠ ਗਿਆ। ਜੋ ਹੁਕਮ ਹੋਇਆ ਸਤ ਬਚਨ ਕਿਹਾ, ਜੈਸੇ ਭਾਈ ਲਹਿਣਾ ਜੀ ਸਤਿਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ, ਜਾ ਪੁਰਖਾ ਲੀੜੇ ਧੋ ਕੇ ਲਿਆ। ਅੱਧੀ ਰਾਤ ਹੋਈ ਸੀ ਤੇ ਸ਼੍ਰੀ ਚੰਦ ਨੂੰ ਵੀ ਕਿਹਾ, ਜਵਾਬ ਦੇ ਦਿੱਤਾ, ਅੱਧੀ ਰਾਤ ਲੀੜੇ ਧੋਣੇ, ਦਿਨ ਨਹੀਂ ਚੜ੍ਹਨਾ। ਲਖਮੀ ਦਾਸ ਨੂੰ ਕਿਹਾ, ਉਹਦਾ ਵੀ ਇਹੋ ਜਵਾਬ, ਦਿਨੇ ਪਿਤਾ ਹੀ ਧੋ ਲਾਂਗੇ, ਅੱਧੀ ਰਾਤ ਹੁਣ ਸੌਂ ਜਾਓ। ਭਾਈ ਲਹਿਣਾ ਜੀ ਨੂੰ ਕਿਹਾ, ਸਤ ਬਚਨ ਜੀ। ਅੱਧੀ ਰਾਤ ਹੀ ਵਸਤਰ ਧੋਣ ਚਲੇ ਗਏ। ਹੁਕਮ ਹੋਇਆ ਚਿੱਕੜ ਚਾਪੇ ਲੋਟਾ ਸੁੱਟਿਆ, ਜਾ ਪੁਰਖਾ ਕੱਢ ਕੇ ਲਿਆ, ਸਤ ਬਚਨ ਜੀ। ਹੁਕਮ ਹੋਇਆ ਜਾਂ ਦਰਖਤਾਂ ਤੇ ਚੜ੍ਹ ਕੇ ਹਲੂਣਾ ਦੀ ਮਠਿਆਈ ਡੇਗੇਗੀ, ਸਤ ਬਚਨ ਜੀ। ਸੋ ਇਸ ਤਰ੍ਹਾਂ ਹੁਕਮ ਵਜਾਉਣਾ ਪੈਂਦਾ ਸਤਿਗੁਰਾਂ ਦੇ। ਜੇ ਕਿਰਪਾ ਦਾ ਪਾਤਰ ਬਣਨਾ ਹੈ ਨਾ, ਇਉਂ ਗੁਰੂ ਦੀ ਕਿਰਪਾ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ। ਇਹ ਤਾਂ ਹਸਤੀ ਸਿਰ ਜਿਉ ਅੰਕਸ ਹੈ, ਹਿਰਨ ਜਿਉ ਸਿਰ ਦੇ। ਜਿਵੇਂ ਐਰਨ ਆਪਣਾ ਸਿਰ ਦਿੰਦੀ ਹੈ, ਇਹਨਾਂ ਨੇ ਜਿੰਨੇ ਮਰਜੀ ਵਦਾਨ ਵੱਜੀ ਜਾਣ ਹਥੌੜੇ, ਸਿਰ ਦਿੱਤਾ ਹੋਇਆ ਥੱਲੇ ਕੁਸਕ ਦੀ ਤੱਕ ਨਹੀਂ ਹੈ। ਇਉਂ ਗੁਰੂ ਜਿਤਨੀ ਵੀ ਕਸੌਟੀ ਤੇ ਚਾੜਨ, ਸਤਿਗੁਰੂ ਜੀ ਕਿਤਨੀ ਵੀ ਕਠਿਨਤਾਈ ਤੇ ਚਾੜਨ, ਬਸ ਹੁਕਮ ਮੰਨ ਕੇ ਲੱਗੇ ਰਹਿਣਾ। ਬੇਨਤੀਆਂ ਕਰੀ ਜਾਣੀਆਂ, ਗੁਰਦੇਵ ਪੇਪਰ ਵੀ ਤੁਸਾਂ ਪਾਏ, ਪਾਸ ਵੀ ਤੁਸਾਂ ਹੀ ਕਰਨਾ, ਮੇਰੇ 'ਚ ਸਮਰੱਥਾ ਨਹੀਂ। ਲੱਗੇ ਰਹਿਣਾ ਤੇ ਬੇਨਤੀਆਂ ਵੀ ਕਰਦੇ ਰਹਿਣਾ, ਗੁਰਦੇਵ ਆਪੋ ਹੀ ਪਾਸ ਕਰ ਲਿਓ, ਮੇਰੇ 'ਚ ਸਮਰੱਥਾ ਨਹੀਂ, ਤੁਹਾਡੀ ਪ੍ਰੀਖਿਆ ਵਿੱਚੋਂ ਮੈਂ ਪਾਸ ਹੋ ਜਾਵਾਂ। ਤੇ ਲੱਗੇ ਵੀ ਰਹਿਣਾ ਹੁਕਮ ਮੰਨ ਕੇ। ਇਸ ਤਰ੍ਹਾਂ ਗੁਰੂ ਦੀ ਫਿਰ ਕਰਮ ਦੇ ਪਾਤਰ ਬਣੀਦਾ, ਸੇਵਾ ਕਮਾ ਕੇ। ਸੇਵਾ ਕਮਾਉਣ ਦੇ ਤਿੰਨ ਢੰਗ ਹੈ, ਤਿੰਨ ਜੁਗਤੀਆਂ ਹਨ, ਜਿਸ ਦੁਆਰਾ ਸੇਵਾ ਕੀਤੀ ਹੋਈ ਸਾਰਥਕ ਹੋ ਜਾਂਦੀ ਹੈ। ਇੱਕ ਹੈ ਗੁਰੂ ਦੀ ਸੇਵਾ ਕਰਨੀ ਹੁਕਮ ਮੰਨ ਕੇ, ਜੋ ਆਗਿਆ ਹੈ ਉਹ ਸੇਵਾ ਕਮਾਉਣੀ। ਕਿਉਂਕਿ ਸਤਿਗੁਰੂ ਸਾਹਿਬ ਜੀ ਸਿੱਖਾਂ ਵਿੱਚ ਹੀ ਵਰਤਦੇ ਹੈ, ਸੰਗਤ ਵਿੱਚ ਹੀ ਹੈ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਤੇ ਸੇਵਾ ਵਿੱਚ ਲੱਗੇ ਆ। ਗੁਰਸਿੱਖ ਕਹਿ ਰਹੇ ਹੈ, ਭਲਿਆ ਇੱਧਰ ਆਈ ਆ ਬਰਤਨ ਮਾਂਜਦੇ ਚਾਹੀਦੇ ਲੰਗਰ ਵਿੱਚ, ਤੇ ਨਹੀਂ ਮੈਂ ਤੇ ਝਾੜੂ ਮਾਰ ਕੇ ਫਿਰ ਕਰਾਂਗਾ, ਇਹੋ ਨਹੀਂ। ਸਤ ਬਚਨ ਜੀ ਉਧਰ ਮਾਂਜਣ ਲੱਗ ਪਿਆ। ਗੁਰਸਿੱਖਾਂ ਕੀ ਆ, ਭਲਿਆ ਨਾ ਇੱਥੇ ਟਾਟ ਝਾੜ ਕੇ ਵਿਛਾਏ, ਸੰਗਤ ਆਉਣੀ ਤੇ ਪ੍ਰਸ਼ਾਦਾ ਛਕਾਉਣਾ, ਨਹੀਂ ਮੈਂ ਬਰਤਨ ਮਾਂਜ ਲਵਾਂ, ਪ੍ਰਸ਼ਨ ਨਹੀਂ। ਸਤ ਬਚਨ ਜੀ, ਕਿਉਂਕਿ ਗੁਰਸਿੱਖਾਂ ਵਿੱਚ ਗੁਰੂ ਸਾਹਿਬ ਜੀ ਵਰਤਦੇ ਹੈ, ਹੁਕਮ ਮੰਨ ਕੇ ਸੇਵਾ ਕਮਾਉਣੀ। ਦੂਤੀ ਹੈ ਇੱਛਾ ਰਹਿਤ ਹੋ ਕੇ ਸੇਵਾ ਕਮਾ। ਇੱਛਾ ਨਹੀਂ ਰੱਖਣੀ, ਕੋਈ ਵੀ ਇੱਛਾ ਨਹੀਂ ਮੈਨੂੰ ਕੁਝ ਪ੍ਰਾਪਤ ਹੋਵੇ, ਇੱਥੋਂ ਤੱਕ ਕਿ ਮੁਕਤੀ ਆਦਿ ਦੀ ਵੀ ਇੱਛਾ ਨਹੀਂ। ਹਰ ਪੱਖ ਤੋਂ ਨਿਰੀਛਤ ਇੱਛਾ ਰਹਿਤ ਹੋ ਕੇ ਸੇਵਾ ਕਮਾਉਣੀ, ਹੁਕਮ ਮੰਨ ਕੇ ਸੇਵਾ ਕਮਾਉਣੀ, ਇੱਛਾ ਰਹਿਤ ਹੋ ਕੇ ਸੇਵਾ ਕਮਾਉਣੀ, ਅਤੇ ਫਿਰ ਪ੍ਰੇਮ ਸੰਯੁਗਤ ਸੇਵਾ ਕਮਾਉਣੀ। ਇਹ ਤਿੰਨ ਜੁਗਤੀਆਂ ਹਨਗੀਆਂ। ਬੱਧਾ ਚੱਟੀ ਨਹੀਂ, ਬੱਧਾ ਚੱਟੀ ਦਾ ਲਾਭ ਨਹੀਂ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਬੱਧਾ ਚੱਟੀ ਨਹੀਂ। ਪ੍ਰੇਮ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸੇਵਾ ਕਮਾਉਣੀ, ਇੱਛਾ ਰਹਿਤ ਹੋ ਕੇ ਸੇਵਾ ਕਮਾਉਣੀ,
ਹੁਕਮ ਮੰਨ ਕੇ ਸੇਵਾ ਕਮਾਉਣੀ। ਜਦ ਇਸ ਤਰ੍ਹਾਂ ਕੋਈ ਸੇਵਾ ਕਰਦਾ ਫਿਰ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਤੇ ਜਦ ਗੁਰੂ ਦੀ ਕਰਮ ਹੋ ਜਾਂਦੀ ਹੈ, ਕਰਮ ਮਿਲੈ ਤਾਂ ਪਾਈ ਹੈ। ਇਹ ਸੱਚਾ ਨਾਮ ਗੁਰੂ ਦੀ ਕਰਮ ਨਾਲ ਮਿਲਦਾ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਆਪੋ ਨਹੀਂ ਪ੍ਰਾਪਤ ਕਰ ਸਕ। ਜਿੱਥੋਂ ਕਿਤੇ ਤੁਸੀਂ ਕਹੀਂ ਸੁਣ ਲਿਆ ਨਾਮ ਜੀ ਜਪਣ ਲੱਗ ਪਏ, ਹਿਰਦੇ ਵਿੱਚ ਵਸ ਜਾਵੇਗਾ, ਇਉਂ ਨਹੀਂ ਵਸਣ ਵਾਲਾ ਹਿਰਦੇ ਵਿੱਚ। ਗੁਰੂ ਦੀ ਕਿਰਪਾ ਬਿਨਾਂ ਹਿਰਦੇ ਵਿੱਚ ਨਹੀਂ ਟੇਕੇਗਾ ਨਾਮ, ਕਿਉਂਕਿ ਨਾਮ ਧਨ ਸਤਿਗੁਰਾਂ ਦਾ ਖਜ਼ਾਨਾ ਹੈ। ਆਪ ਜੀ ਦੇ ਹਿਰਦੇ ਵਿੱਚ ਟਿਕਾਉਂਦੇ ਉਹਦੇ ਹਿਰਦੇ ਵਿੱਚ ਟਿਕਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਿ ਗੁਣ ਗਾਓ। ਇਸ ਤਰ੍ਹਾਂ ਮਨ ਗੁਰੂ ਦੀ ਚਰਨਾਂ ਵਿੱਚ ਸਮਰਪਣ ਕਰਨਾ, ਤਨ ਗੁਰੂ ਦੀ ਸੇਵਾ ਵਿੱਚ ਲਾ ਦੇਣਾ, ਤੇ ਧਨ ਵੀ ਗੁਰੂ ਦੇ ਨਿਮਿਤ ਖਰਚਣਾ। ਕੋਈ ਲੋੜਵੰਦਾਂ ਦੀ ਸਹਾਇਤਾ ਵਿੱਚ, ਜਿਉਂ ਕਿ ਜੇ ਦਿੱਤਾ ਖੁਦਾ ਨੇ ਦੀਵੈ ਦਿਲਾਵੈ ਰਜਾਵੈ, ਖੁਦਾਏ ਹੋਤਾ ਨਾ ਰਾਖੇ ਅਕੇਲਾ ਨਾ ਖਾਏ। ਜੋ ਧਨ ਪਦਾਰਥ ਗੁਰੂ ਨੇ ਦਿੱਤੇ ਹੈ ਉਹ ਗੁਰੂ ਦੇ ਨਿਮਿਤ ਦਾਨ ਪੁੰਨ ਵਿੱਚ ਲਾਉਣਾ ਕਰੇ। ਇਸ ਤਰ੍ਹਾਂ ਦੇ ਨਾਲ ਕੋਈ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਏ ਕਰਕੇ ਸੇਵਾ ਕਰਦੇ ਹੈ ਨਾ, ਫਿਰ ਕਰਮ ਮਿਲੇ। ਗੁਰੂ ਦੀ ਕਿਰਪਾ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ। ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲ ਜਾਂਦਾ ਸੱਚਾ ਨਾਮ। ਗੁਰੂ ਦੀ ਕਿਰਪਾ ਦੇ ਨਾਲ ਨਾਮ ਹਿਰਦੇ ਰੂਪੀ ਪਾਤਰ ਵਿੱਚ ਸਥਿਤ ਹੋ ਜਾਂਦਾ ਹੈ, ਟਿਕ ਜਾਂਦਾ ਹਿਰਦੇ ਦੇ ਵਿੱਚ। ਨਾ ਹੀ ਗੱਲੀ ਵਾਓ ਦਵਾਓ, ਬਿਨਾਂ ਗੁਰੂ ਦੀ ਕਰਮ ਤੋਂ ਕਹਿੰਦੇ ਐਵੇਂ ਗੱਲਾਂ ਹੀ ਕਰਨੀਆਂ, ਨਹੀਂ ਤਾਂ ਵਾਓ ਦਵਾਓ ਦੀਆਂ ਇਹ ਵਿਅਰਥ ਦੀਆਂ ਗੱਲਾਂ ਹੀ ਆਣਗੀਆਂ। ਮੈਨੂੰ ਨਾਮ ਮਿਲ ਗਿਆ, ਮੇਰਾ ਹਿਰਦਾ ਟਿਕ ਗਿਆ, ਮੈਨੂੰ ਨਾਮ ਪ੍ਰਾਪਤ ਹੋ ਗਿਆ, ਜਾਂ ਕਿਸੇ ਨੂੰ ਸ਼ਰਾਪ ਦੇ ਦੇਣਾ, ਕਿਸੇ ਨੂੰ ਵਰ ਦੇ ਦੇਣਾ, ਸਭ ਗੱਲਾਂ ਵਾਓ ਦਵਾਓ ਦੀਆਂ। ਦੇਨ ਦਵਾਈ ਸਿਮਰੈ ਜਿਨ ਕੋ ਦੇਨ ਸਿਜਾਏ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਇੱਧਰ ਉੱਧਰ ਦੀਆਂ, ਇਹ ਸਭ ਵਾਓ ਦਵਾਓ। ਜਿਵੇਂ ਹਵਾ ਦਾ ਬੁੱਲਾ ਆਇਆ ਚਲੇ ਗਿਆ, ਐਸੀਆਂ ਗੱਲਾਂ ਬਾਕੀ ਬਿਨਾਂ ਨਾਮ ਤੋਂ। ਤੇ ਇਹ ਨਾਮ ਦੀ ਦਾਤ ਜਿਹੜੀ ਹੈ ਬਿਨਾਂ ਗੁਰੂ ਕਰਮ ਤੋਂ ਪ੍ਰਾਪਤ ਹੋਣ ਵਾਲੀ ਨਹੀਂ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਇਹ ਨਾਮ ਧਨ ਦਾ ਖਜ਼ਾਨਾ ਸਤਿਗੁਰਾਂ ਨੂੰ ਦਿੱਤਾ ਹੋਇਆ ਪਰਮੇਸ਼ਰ ਨੇ। ਇਹ ਨਾਮ ਧਨ ਦੇ ਖਜ਼ਾਨਚੀ ਸਤਿਗੁਰੂ ਸਾਹਿਬ ਜੀ ਹੈ। ਤੇ ਗੁਰੂ ਕਿਰਪਾ ਬਿਨਾਂ ਕੋਈ ਪ੍ਰਾਪਤ ਕਰ ਨਹੀਂ ਸਕਦਾ। ਕਿਤਨਾ ਵੀ ਦਾਵਾ ਕਰੇ ਮੈਂ ਫਲਾਣੇ ਗ੍ਰੰਥ ਚੋਂ ਪੜ੍ਹ ਲਿਆ ਜਾਂ ਫਲਾਣੇ ਥਾਂ ਦਾ ਸੁਣ ਲਿਆ ਤੇ ਹੁਣ ਆਪੋ ਹੀ ਮੇਰੇ ਹਿਰਦੇ ਵਿੱਚ ਵਸ ਜਾਵੇਗਾ, ਇਉਂ ਖੇਡ ਨਹੀਂ ਬਣਦੀ। ਗੁਰੂ ਵਾਲਾ ਬਣਿਆ ਕੋਈ ਨਹੀਂ ਹੈ, ਗੁਰੂ ਦੀ ਸੇਵਾ ਕਮਾਈ ਕੋਈ ਨਹੀਂ ਹੈ, ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਕੋਈ ਨਹੀਂ। ਆਪੋ ਹੀ ਕੋਈ ਕਵੇ ਨਾ ਗੁਰੂ ਨਹੀਂ ਧਾਰਨ ਕੀਤਾ ਨਗੋਰਾ, ਕੋਈ ਕਵੇ ਨਾਮ ਮੈਂ ਇੱਧਰੋਂ ਉੱਧਰੋਂ ਜਿੱਥੋਂ ਕਿੱਥੋਂ ਕਾਨਾਫੂਸੀ ਕਰਾਈ ਹੈ ਸੁਣਿਆ ਜਪਣ ਲੱਗ ਪਿਆ, ਉਹ ਜਪਿਆ ਹੋਇਆ ਉਹਦਾ ਹਿਰਦੇ ਝਾਲੇ ਨਹੀਂ ਵਸੇਗਾ। ਹੁਣ ਇਤਨਾ ਅਵਸ਼ਯ ਹੈ ਕਾਨਾਫੂਸੀ ਕਰਾ ਕੇ ਵੀ ਜਿੱਥੋਂ ਕਿੱਥੋਂ ਲੈ ਕੇ ਉਹ ਨਾਮ ਜਪ ਰਿਹਾ। ਨਾਮ ਦੀ ਮਹਿਮਾ ਬੜੀ ਕਲਯੁਗ ਵਿੱਚ ਸਤਿਗੁਰਾਂ ਬਿਆਨ ਕੀਤੀ ਹੈ। ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਨਾਮ ਪਾਵੈ ਜਨ ਕੋਏ। ਨਾਮ ਹੈ ਬਹੁਤ ਵੱਡਾ, ਨਾਮੀ ਤੋਂ ਵੀ ਵੱਡਾ ਨਾਮ। ਇਹਦੀ ਮਹਿਮਾ ਬੜੀ ਹੈ, ਕਥਨੀ ਤੋਂ ਬਾਹਰੀ ਹੈ। ਸੋ ਇਹ ਨਾਮ ਦੀ ਏਡੀ ਮਹਿਮਾ ਹੈ ਕਿ ਕਾਨਾਫੂਸੀ ਕਰਾ ਕੇ ਵੀ ਕੋਈ ਜਪ ਰਿਹਾ ਨਾ, ਗੁਰਦੇਵ ਨਹੀਂ ਧਾਰਨ ਕੀਤਾ ਕਿੰਤੂ ਜਪ ਰਿਹਾ ਹੈ, ਬਿਨਾਂ ਜਪੇ ਤੋਂ ਤੇ ਨਹੀਂ ਕਿੰਤੂ ਜਪ ਰਿਹਾ ਹੈ, ਫਿਰ ਨਾਮ ਦੇ ਵਿੱਚ ਸ਼ਕਤੀ ਹੈ। ਉਹ ਗੁਰੂ ਸਾਹਿਬਾਂ ਨਾਲ ਮਿਲਾ ਦੇਵੇਗਾ ਨਾਮ ਜਪਿਆ ਹੋਇਆ। ਤੇ ਕਿਰਪਾ ਗੁਰੂ ਦੁਆਰਾ ਹੀ ਸੰਭਵ ਹੈ, ਬਿਨਾਂ ਗੁਰੂ ਤੋਂ ਨਹੀਂ। ਹਾਂ ਕਾਨਾਫੂਸੀ ਕਰਾ ਕੋਈ ਜਪ ਰਿਹਾ, ਜਪ ਰਿਹਾ, ਵਾਓ ਦੁਆ ਦੀਆਂ ਗੱਲਾਂ ਨਹੀਂ ਕਰ ਰਿਹਾ ਮੈਨੂੰ ਮਿਲ ਗਿਆ ਨਾਮ ਅਸੀਂ ਤਾਂ ਜਪਦੇ ਹਾਂ, ਇਉਂ ਤੇ ਨਹੀਂ। ਜੇ ਕੋਈ ਜਪ ਰਿਹਾ ਨਿਰੰਤਰ ਜਪ ਰਿਹਾ ਤਾਂ ਉਹ ਨਾਮ ਦੇ ਵਿੱਚ ਇਤਨੀ ਸ਼ਕਤੀ ਹੈ
ਕਿ ਸੱਚੇ ਗੁਰੂ ਨਾਲ ਭੇਟ ਕਰਾ ਦੇਵੇਗਾ, ਸੱਚੇ ਗੁਰੂ ਨਾਲ ਮਿਲਾਪ ਕਰਾ ਦੇਗਾ ਨਾਮ, ਤਾਂ ਫਿਰ ਉਹ ਬਖਸ਼ਿਸ਼ ਗੁਰੂ ਦੁਆਰਾ ਹੀ ਸੰਭਵ ਹੈ, ਆਪੋ ਨਹੀਂ। ਗੁਰੂ ਦੁਆਰਾ ਜਦ ਸੱਚੇ ਗੁਰੂ ਨਾਲ ਮਿਲਾਪ ਕਰਾਵੇਗਾ, ਫਿਰ ਸੱਚੇ ਗੁਰੂ ਸਾਹਿਬਾਨ ਦੀ ਕਸੌਟੀ ਦੁਆਰਾ ਜਦੋਂ ਖਰੇ ਨਿਤਰਾਂਗੇ, ਫਿਰ ਸਤਿਗੁਰੂ ਜੀ ਕਿਰਪਾ ਕਰਕੇ ਨਾਮ ਹਿਰਦੇ ਵਿੱਚ ਵਸਾ ਦੇਣਗੇ। ਤੇ ਜਦੋਂ ਨਾਮ ਹਿਰਦੇ ਵਿੱਚ ਵਸ ਗਿਆ, ਇਹ ਐਸਾ ਨਾਮ ਹੈ, ਕਹਿੰਦੇ ਜਿੱਥੇ ਲੇਖਾ ਮੰਗੀ ਹੈ ਨਾ ਤਿੱਥੇ ਸੱਚਾ ਨਿਸ਼ਾਨ। ਟੋਂਬੋ ਦੀ ਨਿਆਈ ਫਿਰ ਹੁੰਦਾ ਹੈ, ਪ੍ਰਮਾਣ ਪੱਤਰ ਮਿਲ ਜਾਂਦਾ ਜਪਿਆ ਹੋਇਆ ਨਾਮ। ਦਰਗਾਹ ਵਿੱਚ ਮਜਾਲ ਹੈ ਕੋਈ ਪੁੱਛ ਸਕੇ ਤੂੰ ਕੌਣ ਹੈ, ਕਿੱਧਰੋਂ ਆਇਆ, ਟੰਬੂ ਵਿਖਾਇਆ ਨਾਮ ਦਾ ਪ੍ਰਮਾਣ ਪੱਤਰ, ਹੱਥ ਜੋੜ ਕੇ ਜਮ ਕਹਿ ਦਿੰਦੇ ਜਾਓ ਜੀ। ਧਰਮਰਾਜ ਕਾਗਜ਼ ਪਾੜ ਦਿੰਦਾ, ਇਹਨਾਂ ਦਾ ਲੇਖਾ ਨਹੀਂ। ਇਹ ਤੇ ਆਪ ਪਾਤਸ਼ਾਹ ਦੇ ਖਾਸ ਆਦਮੀ ਭਗਤ ਹੈ ਪਰਮੇਸ਼ਰ ਦੇ। ਐਸੀ ਨਾਮ ਦੀ ਮਹਿਮਾ ਪ੍ਰਾਪਤ ਗੁਰੂ ਦੁਆਰਾ ਹੁੰਦਾ ਹੈ। ਇਹੋ ਜਿਹਾ ਲੇਖਾ ਲਿਖਣਾ ਪਾਂਦਾ ਜੀ ਜਾਣੋ, ਕਿਉਂਕਿ ਇਹੋ ਲੇਖਾ ਲਿਖਿਆ ਹੋਇਆ ਦਰਗਾਹੇ ਪ੍ਰਵਾਨੀ ਕੁੰਦਾ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਸ਼ਬਦ ਦੇ 2 ਪਦਾਂ ਦੀ ਵਿਚਾਰ ਰਹਿੰਦੀ ਕੱਲ ਦੇ ਦੀਵਾਨਾਂ ਵਿੱਚ ਆਪਾਂ ਕਰਾਂਗੇ। ਸੋ ਤੁਛ ਬੁੱਧੀ ਹੈ ਸੁਭਾਵਕ, ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਤਿਨ ਮੁਖ ਟਿੱਕੀ ਨਿਕਲੈ ਜਿਨ ਮਨ ਸੱਚਾ ਨਾਓ। ਕਰਮ ਮਿਲੈ ਤਾ ਪਾਈਐ ਨਾਹੀ ਗੱਲੀ ਵਾਓ ਦੁਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।